ਸਾਰੇ ਜਗ ਤੇ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ ਤੇ ਤੁਹਾਡਾ ਭਰਾ ਤੇ ਮਾਂ ਬੋਲੀ ਦਾ ਨਿੱਕਾ ਜਿਹਾ ਸੇਵਕ ਡਾਕਟਰ M.H. ਬਾਬਰ ਹਾਜ਼ਰ ਹੈ ਇਲਿਆਸ ਘੁੰਮਣ ਦੀ ਜਗ ਧੁੰਮੀ ਕਿਤਾਬ ਵੰਡ ਦੀ 114ਵੀਂ ਕਿਸ਼ਤ ਦੇ ਨਾਲ। ਅੱਜ ਇਹਦੇ 'ਚ ਸ਼ਾਮਲ ਹੈ ਜੀ ਕਹਾਣੀ ਨੰਬਰ 73 ਦਾ ਦੂਜਾ ਹਿੱਸਾ। ਕਹਾਣੀ ਹੈ ਹਵੇਲੀ ਤੇ ਇਹਦੇ ਲਿਖਿਆਰ ਨੇ ਜਿੰਦਰ। ਤੇ ਆਓ ਫਿਰ ਕਹਾਣੀ ਉੱਥੋਂ ਹੀ ਸ਼ੁਰੂ ਕਰਨੇ ਆ ਜਿੱਥੇ ਪਹਿਲਾ ਹਿੱਸਾ ਮੁਕਾਇਆ ਸੀ। ਹੁਣ ਵੀ ਸਕੂਲ ਉੱਥੇ ਹੀ ਆ। ਸਕੂਲ 'ਚੋਂ ਅੱਧ ਲੈ ਕੇ DAV ਕਾਲਜ ਬਣਾ ਦਿੱਤਾ। ਸ਼ਹਿਰ ਫੈਲ ਰਿਹਾ। ਜੇ ਮੈਂ ਕਦੇ ਨਕੋਦਰ ਜਾਵਾਂ ਤਾਂ ਕੋਈ ਮੇਰੀਆਂ ਅੱਖਾਂ 'ਤੇ ਪੱਟੀ ਵੀ ਬੰਨ੍ਹ ਛੱਡੇ ਤਾਂ ਮੈਂ ਆਪਣੀ ਹਵੇਲੀ ਲੱਭ ਸਕਣਾ। ਬੱਸਾਂ ਦੇ ਅੱਡੇ ਦੇ ਖੱਬੇ ਪਾਸੇ ਕਬਰਾਂ ਸਨ। ਮੈਨੂੰ ਉਹਨਾਂ ਕਬਰਾਂ ਤੋਂ ਡਰ ਲੱਗਦਾ ਸੀ। ਮੈਂ ਉਸ ਰਾਹੇ ਕਦੀ ਸਕੂਲ ਨਹੀਂ ਗਿਆ। ਮੈਂ ਤਾਂ ਬਾਣੀਆਂ ਦੀ ਹਵੇਲੀ ਕੋਲ ਦੀ ਜਾਂਦਾ। ਕਿਆ ਸੋਹਣੇ ਉਹਨਾਂ ਦੇ ਸੰਤਰੇ ਲੱਗਦੇ। ਬੱਸਾਂ ਦੇ ਅੱਡੇ 'ਤੇ ਛੱਜੂ ਪਕੌੜਿਆਂ ਵਾਲਾ ਹੁੰਦਾ ਸੀ। ਉੱਥੋਂ ਜਾ ਕੇ ਖੱਬੇ ਹੱਥ ਗਲੀ ਵੱਲ ਨੂੰ ਘੁੱਗਾ ਸਾਈਂ ਮਹੱਲਾ ਸ਼ੁਰੂ ਹੁੰਦਾ ਸੀ। ਮੈਂ ਸਿੱਧਾ ਜਾਵਾਂਗਾ। ਮੋਟਿਆਂ ਹਲਵਾਈਆਂ ਦੀ ਦੁਕਾਨ ਕੋਲੋਂ ਖੱਬੇ ਹੱਥ ਮੁੜਾਂਗਾ। 200 ਛੜੱਪੇ ਮਾਰ ਮਾਰ ਕੇ ਭੈੜੀ ਜਿਹੀ ਥਾਂ ਕੋਲੋਂ ਜੇ ਹੱਥ ਸੱਜੇ ਹੱਥ ਹੋਵਾਂਗਾ। ਇਹ ਬਾਜ਼ਾਰ ਕੋਨੀ ਮੋੜ ਵਾਂਗੂ ਘੁੰਮਦਾ। ਅਗਾਂਹ 3 ਰਾਹ ਨੇ, ਇੱਕ ਹਸਪਤਾਲ ਵੱਲ, ਇੱਕ ਮੇਨ ਬਾਜ਼ਾਰ ਵੱਲ, ਇੱਕ ਅਰੋੜਿਆਂ ਦੇ ਮਹੱਲੇ ਵੱਲ। ਮੈਂ ਸਿੱਧਾ ਜਾਵਾਂਗਾ। 250 ਕਦਮਾਂ 'ਤੇ ਜਾ ਕੇ ਇੱਕ ਸਿੱਧਾ ਰਾਹ ਆਵੇਗਾ। ਉੱਥੋਂ ਇੱਕ ਰਾਹ ਸਿੱਧਾ ਸਬਜ਼ੀ ਮੰਡੀ ਵੱਲ ਨੂੰ ਜਾਂਦਾ। ਮੈਂ ਸੱਜੇ ਹੱਥ ਮੁੜਾਂਗਾ। 70 ਉਲਾਂਘਾਂ ਜਾ ਕੇ ਮੈਂ ਖੱਬੇ ਹੱਥ ਮੁੜਾਂਗਾ। ਸੱਜਾ ਰਾਹ ਅਗਲੇ ਮਹੱਲੇ ਵੱਲ ਨੂੰ ਜਾਂਦਾ। ਉੱਥੋਂ 105 ਉਲਾਂਘਾਂ 'ਤੇ ਅੱਗੇ ਖੁੱਲ੍ਹੀ ਥਾਂ ਹੁੰਦੀ ਸੀ ਜਿੱਥੇ ਫੁੱਲਾਂ ਵਾਲੀਆਂ ਰੇਹੜੀਆਂ ਖੜੀਆਂ ਕਰਦੀਆਂ ਫਲਾਂ ਵਾਲੀਆਂ ਰੇਹੜੀਆਂ ਖੜ੍ਹਦੀਆਂ। ਉੱਥੋਂ ਇੱਕ ਰਾਹ ਸਬਜ਼ੀ ਮੰਡੀ ਵੱਲ ਨੂੰ ਜਾਂਦਾ। ਸਾਹਮਣਲਾ ਸਟੇਸ਼ਨ ਵੱਲ ਨੂੰ ਮੈਂ ਸੱਜੇ ਹੱਥ ਮੁੜਾਂਗਾ। ਅਗਾਂਹ ਖੱਬੇ ਹੱਥ ਉੱਚੀ ਜਿਹੀ ਥਾਂ 'ਤੇ ਕਚਹਿਰੀਆਂ ਨੇ। ਉੱਥੋਂ 50 ਉਲਾਂਘਾਂ ਅੱਗੇ ਜਾ ਕੇ ਇੱਕ ਲਲਾਰੀ ਦੀ ਦੁਕਾਨ ਆਉਂਦੀ ਹੈ। ਫਿਰ ਸੱਜੇ ਹੱਥ ਉਤਰਾਈ ਮੈਂ ਉੱਥੇ ਵੀ ਕੋਨੀ ਮੋੜ ਮੋੜ ਕੇ ਜਾਵਾਂਗਾ। ਥੋੜਾ ਘੂਗਾਂ ਜਾ ਕੇ ਮਿਸ਼ਰਾਂ ਦੇ ਘਰ ਆਉਣਗੇ। ਮੈਂ 100 ਉਲਾਂਘਾਂ ਜਾ ਕੇ ਸੱਜੇ ਹੱਥ ਮੁੜਾਂਗਾ ਤਾਂ 45 ਉਲਾਂਘਾਂ 'ਤੇ ਸਾਡੀ ਹਵੇਲੀ ਆਵੇਗੀ। ਦੱਸ ਇਹੋ ਹੀ ਹੈ ਨਾ ਨਕੋਦਰ? ਜੀ ਬਿਲਕੁਲ। ਪਰ ਤੁਸੀਂ ਉਲਾਂਘਾਂ ਦਾ ਕਿੱਦਾਂ ਹਿਸਾਬ ਰੱਖਦੇ ਸੀ? ਮੈਂ ਪਹਿਲਾਂ ਸਕੂਲੇ ਨਹੀਂ ਜਾਂਦਾ ਸੀ। ਮੈਨੂੰ ਸਕੂਲੋਂ ਡਰ ਲੱਗਦਾ ਸੀ। ਮੈਂ ਰੋਂਦਾ ਰੋਂਦਾ ਕਹਿੰਦਾ ਕਿ ਮੈਂ ਆਪਣੀ ਹਵੇਲੀ ਭੁੱਲ ਜਾਵਾਂਗਾ। ਪਰ ਮੇਰੇ ਅੱਬਾ ਨੇ 5 ਦਿਨ ਮੇਰੇ ਨਾਲ ਜਾ ਕੇ ਮੈਨੂੰ ਸਾਰਿਆਂ ਰਸਤਿਆਂ ਦਾ ਹਿਸਾਬ ਦੱਸਿਆ। ਫਿਰ ਫੱਟੀ 'ਤੇ ਲਿਖ ਕੇ ਦਿੱਤਾ। ਪੜ੍ਹਨ ਨੂੰ ਮੈਂ ਤੇਜ਼ ਸੀ। ਉਹਨੇ ਆਲੇ ਦੁਆਲੇ ਤੇਜ਼ ਤੇਜ਼ ਨਜ਼ਰਾਂ ਘੁਮਾਈਆਂ। ਮੈਨੂੰ ਲੱਗਿਆ ਕਿ ਉਹ ਕੋਈ ਚੀਜ਼ ਭਾਲ ਰਿਹਾ ਸੀ। ਮੈਂ ਪੁੱਛ ਲਿਆ, ਕੁਛ ਗਵਾਚ ਗਿਆ? ਨਹੀਂ। ਉਸ ਮੇਰੀ ਗੱਲ ਵੱਲ ਧਿਆਨ ਨਾ ਦਿੱਤਾ, ਜਿਵੇਂ ਮੈਂ ਇਸ ਮਸਲੇ 'ਚ ਉਹਦੀ ਕੋਈ ਮਦਦ ਨਹੀਂ ਕਰ ਸਕਦਾ ਸੀ। ਜਦੋਂ ਉਹਨੂੰ ਜੋ ਭਾਲ ਰਿਹਾ ਸੀ ਨਾ ਦਿਸਿਆ ਤਾਂ ਉਹਨੇ ਮੈਨੂੰ ਪੁੱਛਿਆ, ਤੇਰੇ ਕੋਲ ਪੈਨ ਅਤੇ ਕਾਗਜ਼ ਹੈਗਾ? ਨਹੀਂ। ਕਾਗਜ਼ ਅਤੇ ਪੈਨ ਤਾਂ ਹੋਟਲ ਵਿੱਚ ਪਏ ਆ, ਮੈਂ ਦੱਸਿਆ। ਇੱਕ ਦਿਨ ਮੈਂ ਇੱਥੇ ਇੱਕ ਟੋਟਾ ਦੇਖਿਆ ਤਾਂ ਸੀ। ਪਤਾ ਨਹੀਂ ਕੋਈ ਚੁੱਕ ਕੇ ਲੈ ਗਿਆ। ਉਹਨੇ ਆਪਣੇ ਆਪ ਨੂੰ ਕਿਹਾ ਤੇ ਫਿਰ 10 ਕੁ ਫੁੱਟ ਜਾ ਕੇ ਇੱਕ ਰੋੜਾ ਲੱਭ ਲਿਆ। ਸਟਰੀਟ ਲਾਈਟ ਕੋਲ ਦੀ ਕੰਧ 'ਤੇ ਆਪਣੀ ਹਵੇਲੀ ਦਾ ਨਕਸ਼ਾ ਬਣਾ ਦਿੱਤਾ। ਇਹ ਤਾਂ ਉਹੀ ਹਵੇਲੀ ਸੀ, ਬਿਲਕੁਲ ਉਹੀ ਹਵੇਲੀ। ਅਸੀਂ 3 ਮਹੀਨੇ ਉਸ ਹਵੇਲੀ 'ਚ ਰਹੇ। ਮੈਂ ਉਹਨੂੰ ਦੱਸਿਆ। ਮੈਨੂੰ ਉਸ ਹਵੇਲੀ ਦੀ ਯਾਦ ਆ ਗਈ। ਇੱਕ ਵਾਰ ਪਾਪਾ ਜੀ ਨੇ ਇਹ ਹਵੇਲੀ ਕਿਰਾਏ 'ਤੇ ਲਈ ਸੀ। ਏਡੀ ਵੱਡੀ ਹਵੇਲੀ 'ਤੇ ਰਹਿਣ ਵਾਲੇ ਅਸੀਂ 4। ਬਹੁਤੇ ਕਮਰਿਆਂ 'ਚ ਦਿਨੇ ਹੀ ਹਨੇਰਾ ਰਹਿੰਦਾ। ਅੰਦਰ ਵੜਦਿਆਂ ਨੂੰ ਡਰ ਲੱਗਦਾ। ਕਈ ਵਾਰ ਇੱਦਾਂ ਲੱਗਦਾ ਕਿ ਜਿਵੇਂ ਅਜੀਬੋ ਗਰੀਬ ਆਵਾਜ਼ਾਂ ਆ ਰਹੀਆਂ ਹੋਣ। ਮੇਰੀ ਮਾਂ ਨੂੰ ਕਈ ਵਾਰ ਦਬਾਅ ਜਿਹਾ ਪਿਆ ਸੀ। ਹਵੇਲੀ ਦਾ ਕਿਰਾਇਆ ਥੋੜ੍ਹਾ ਸੀ, ਇਸੇ ਲਈ ਪਾਪਾ ਜੀ ਛੱਡਣਾ ਨਹੀਂ ਚਾਹੁੰਦੇ ਸਨ। ਪਰ ਮਾਂ ਨੇ ਵਾਰੋ ਵਾਰ ਕਿਹਾ, ਮੈਨੂੰ ਕੋਈ ਕਸਰ ਹੋ ਗਈ ਤਾਂ ਫਿਰ ਤੁਹਾਨੂੰ ਸੁਰਤ ਆਊਗੀ। ਲੋਕਾਂ ਨੂੰ ਤਾਂ ਰਾਤ ਨੂੰ ਆਵਾਜ਼ਾਂ ਸੁਣਦੀਆਂ ਹੋਣਗੀਆਂ, ਇੱਥੇ ਤਾਂ ਦਿਨੇ ਹੀ ਕਿਸੇ ਕੁੜੀ ਦੇ ਕੇਰਨਿਆਂ ਦੀ ਆਵਾਜ਼ਾਂ ਦਾ ਸ਼ੋਰ ਸੁਣਦਾ। ਪਾਪਾ ਜੀ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ। ਪਰ ਇੱਕ ਇਤਵਾਰ ਨੂੰ ਉਹ ਸਿਖਰ ਦੁਪਹਿਰੇ ਸੁੱਤੇ ਸਨ ਕਿ ਉਹਨਾਂ ਨੂੰ ਲੱਗਾ ਸੀ ਜਿਵੇਂ ਉਹਨਾਂ ਦੀ ਛਾਤੀ 'ਤੇ ਕਿਸੇ ਨੇ ਚੱਕੀ ਦਾ ਪੁੜ ਰੱਖ ਦਿੱਤਾ ਹੋਵੇ ਤੇ ਪੁੜ 'ਤੇ ਬੈਠੀ ਕੁੜੀ ਕੇਰਨੇ ਪਾ ਰਹੀ ਹੋਵੇ, ਵਰਲਾਪ ਕਰ ਰਹੀ ਹੋਵੇ। ਅਗਲੇ ਦਿਨ ਉਹਨਾਂ ਨੇ ਹਵੇਲੀ ਛੱਡ ਦਿੱਤੀ। ਉਸ ਹਵੇਲੀ ਵਿੱਚ ਸਾਡੇ ਪਰਿਵਾਰ ਦੇ 17 ਨਹੀਂ
18 ਜੀਆਂ ਨੂੰ ਮਾਰਿਆ ਸੀ। ਮੈਂ ਲਿਤਰੀ ਆਪਣੇ ਯਾਰ ਮੁਖਤਿਆਰੇ ਨੂੰ ਮਿਲਣ ਗਿਆ ਸੀ। ਮੈਂ ਲਤਰੀ ਆਪਣੇ ਯਾਰ ਮੁਖਤਾਰੇ ਨੂੰ ਮਿਲਣ ਗਿਆ ਸੀ, ਸੋ ਬਚ ਗਿਆ। ਪਰ ਉਸ ਵਿਚਾਰੀ ਅੱਲਾ ਮਿਹਰ ਕਰੇ। ਚਲੋ ਇਹ ਵੀ ਹੋਣਾ ਸੀ, ਹੋ ਗਿਆ। ਮੈਂ ਲਾਹੌਰ ਆ ਗਿਆ, ਮਿਲਟਰੀ ਦੇ ਟਰੱਕ ਵਿੱਚ ਬੈਠ ਕੇ। ਮੇਰਾ ਹੌਕਾ ਨਿਕਲ ਗਿਆ। ਮੈਨੂੰ ਉਸ ਤੋਂ ਡਰ ਲੱਗਾ। ਮੈਂ ਚੌਂ ਪਾਸੇ ਨਜ਼ਰਾਂ ਦੌੜਾਈਆਂ। ਕਿਤੇ ਕਿਤੇ ਕੋਈ ਟਾਵਾਂ ਵਿਰਲਾ ਆ ਜਾ ਰਿਹਾ ਸੀ, ਕਿਤੇ ਕਿਤੇ ਕੋਈ ਕਾਰ ਜਾਂ 3 ਵੀਲਰ ਦਿਖਾਈ ਦੇ ਰਿਹਾ ਸੀ। ਸਵੇਰ ਦੇ 6 ਵਜੇ ਸਨ, ਲਾਹੌਰ ਦੇ 5:30। ਯਾਦਾਂ ਬੰਦੇ ਨੂੰ ਖਤਰਨਾਕ ਬਣਾ ਦਿੰਦੀਆਂ ਹਨ। ਉਹ ਕਿਸੇ ਵੇਲੇ ਵੀ ਹਿੰਸਕ ਹੋ ਸਕਦਾ ਹੈ। ਮੇਰੀਆਂ ਨਜ਼ਰਾਂ ਸਾਹਮਣੇ ਮੇਰੀ ਨਾਨੀ ਦਾ ਚਿਹਰਾ ਆ ਗਿਆ। ਉਹ ਜੜ੍ਹਾਂ ਵਾਲੇ ਦੇ ਨੇੜਲੇ ਪਿੰਡ ਚੱਕ 54 ਚੋਂ ਉੱਜੜ ਕੇ ਆਈ ਸੀ। ਨਾਨਾ ਜੀ ਆਉਂਦੇ ਆਉਂਦੇ ਮਰ ਗਏ ਸਨ। ਕੀ ਉਹਨਾਂ ਨੂੰ ਫੂਕਿਆ ਗਿਆ ਸੀ? ਕੀ ਉਹਨਾਂ ਦੀ ਦੇਹ ਨੂੰ ਦਫਨਾਇਆ ਗਿਆ ਸੀ? ਜਿੱਥੇ ਉਹਨਾਂ ਦੇ ਪ੍ਰਾਣ ਨਿਕਲੇ ਸਨ, ਉਹ ਥਾਂ ਕਿਹੜੀ ਸੀ? ਜਦੋਂ ਨਾਨੀ ਨੂੰ ਉਹਨਾਂ ਦਿਨਾਂ ਦੀ ਯਾਦ ਆ ਜਾਂਦੀ ਤਾਂ ਉਹ ਚੁੰਨੀ ਨਾਲ ਆਪਣਾ ਮੂੰਹ ਢੱਕ ਲੈਂਦੀ, ਕੀਰਨੇ ਪਾਉਣ ਲੱਗ ਜਾਂਦੀ। ਉਸ ਦਾ ਤੋੜਾ ਇਸ ਗੱਲ 'ਤੇ ਆ ਅਟਕਦਾ, ਜੇ ਉਹ ਲੋਕ ਮੇਰੇ ਸਾਹਮਣੇ ਆ ਜਾਣ ਤਾਂ ਮੈਂ ਉਹਨਾਂ ਦੇ ਸ਼ੇਰਮੇ ਪੀ ਜਾਂ। ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ। ਦੇਖ ਕੇ ਮੈਨੂੰ ਡਰ ਲੱਗਦਾ। 2-3 ਘੰਟੇ ਉਹਨੂੰ ਕੋਈ ਬੁਲਾਉਂਦਾ ਨਹੀਂ ਸੀ, ਉਹਦੇ ਨੇੜੇ ਨਹੀਂ ਜਾਂਦਾ ਸੀ। ਪਤਾ ਨਹੀਂ ਉਹ ਕੀ ਦਾ ਕੀ ਬੋਲ ਜਾਵੇ, ਕਿਸੇ ਨਾਲ ਲੜ ਪਵੇ। ਫਿਰ ਨਾਨੀ ਦਾ ਚਿਹਰਾ ਅਲੋਪ ਗਿਆ। ਅਸ਼ਰਫ ਮੇਰੇ ਸਾਹਮਣੇ ਸੀ। ਹਨੇਰਾ ਹੋਣ ਕਰਕੇ ਮੈਂ ਉਹਦੇ ਚਿਹਰੇ 'ਤੇ ਉੱਭਰੇ ਭਾਵ ਵੇਖ ਨਹੀਂ ਸਕਦਾ ਸੀ। ਪਰ ਇਹ ਜ਼ਰੂਰ ਸੀ ਕਿ ਉਹ ਗੁੱਸੇ 'ਚ ਹੋਵੇਗਾ। ਜੇ ਇਹ ਸੋਚ ਮੇਰੇ ਮਨ 'ਤੇ ਭਾਰੀ ਹੋਈ ਤਾਂ ਮੈਂ ਜਾਨ ਵਿੱਚ ਭਲਾ ਸਮਝਿਆ। ਮੈਂ ਜਾਣ ਲਈ ਅਗਾਂਹ ਕਦਮ ਪੁੱਟਿਆ ਤਾਂ ਉਸ ਮੇਰੀ ਬਾਂਹ ਫੜ ਲਈ। ਪੁੱਛਿਆ, ਤੂੰ ਕੰਬ ਕਿਉਂ ਰਿਹਾ? ਕੀ ਮੈਥੋਂ ਡਰ ਗਿਆ? ਆਪਾਂ ਤਾਂ ਹਮ ਵਤਨੀ ਹਾਂ। ਉਸ ਦੇ ਸਰੀਰ ਨੂੰ ਜਿਵੇਂ ਕੋਈ ਝਟਕਾ ਲੱਗਾ ਹੋਵੇ। ਮੈਂ ਉਸੇ ਤਰ੍ਹਾਂ ਦਾ ਮਹਿਸੂਸ ਕੀਤਾ। ਉਹ ਬੋਲਿਆ, ਸਾਡੇ ਵਡੇਰੇ ਆਖਦੇ ਹੁੰਦੇ ਸੀ, ਜਿਹੜੀ ਸ਼ੈ ਜਾਂ ਰਿਸ਼ਤੇ ਆਪਣੇ ਨਹੀਂ ਹੁੰਦੇ, ਉਹਨਾਂ ਦੇ ਟੁੱਟਣ ਦਾ ਗਮ ਨਹੀਂ ਕਰਨਾ ਚਾਹੀਦਾ। ਮੈਂ ਜਾਣਦਾ ਕਿ ਹੁਣ ਮੇਰਾ ਮੁਲਕ ਪਾਕਿਸਤਾਨ ਹੈ। ਮੈਂ ਇੱਥੇ ਹੀ ਮਰਨਾ ਹੈ। ਮੇਰੀ ਮਿੱਟੀ ਇੱਥੇ ਹੀ ਦਫਨ ਹੋਣੀ ਹੈ। ਐਵੇਂ ਯਾਦਾਂ ਦਿਮਾਗ 'ਤੇ ਭਾਰੂ ਹੋ ਜਾਂਦੀਆਂ। ਯਾਦਾਂ ਦੇ ਸਿਰ 'ਤੇ ਬੰਦਾ ਤੁਰਿਆ ਫਿਰਦਾ। ਜੇ ਇਹ ਨਾ ਹੋਣ ਤਾਂ ਜਾਂ ਬੰਦਾ ਪਾਗਲ ਹੋ ਜਾਏ ਜਾਂ ਫੌਤ ਹੋ ਜਾਏ। ਆਹ ਪਿਛਲੇ 20 ਵਰ੍ਹਿਆਂ ਤੋਂ ਇੱਕੋ ਹੋਈ ਬੀਤੀ ਨੇ ਮੈਨੂੰ ਪਾਗਲ ਕਰ ਛੱਡਿਆ। ਜੇ ਇਹ ਮੇਰਾ ਖਹਿੜਾ ਨਹੀਂ ਛੱਡਦੀ, ਮਰਨ ਵੀ ਨਹੀਂ ਦਿੰਦੀ, ਜਿਉਣ ਵੀ ਨਹੀਂ ਦਿੰਦੀ। ਕਾਸ਼ ਉਹ ਛਿਨ ਇੱਕ ਵਾਰ ਫਿਰ ਤੋਂ ਸਾਕਾਰ ਹੋ ਜਾਣ। ਮੈਨੂੰ ਕੰਬਣੀ ਛਿੜ ਗਈ। ਮੈਂ ਲੋਈ ਦੀ ਬੁੱਕਲ ਨੂੰ ਹੋਰ ਘੁੱਟ ਲਿਆ ਤੇ ਮਨ ਹੀ ਮਨ ਕਿਹਾ, ਲੈ ਲੈ ਚਾਹ ਦਾ ਸਵਾਦ। ਇਹ ਬੰਦਾ ਤੈਨੂੰ ਫਸਾਊਗਾ। ਇਹਨੂੰ ਆਪਣੇ ਮੋਏ ਹੋਏ ਪਰਿਵਾਰ ਦੇ ਮੈਂਬਰਾਂ ਦੀਆਂ ਯਾਦਾਂ ਸਤਾਉਂਦੀਆਂ। ਪਤਾ ਨਹੀਂ ਇਹ ਕਿਹਦਾ ਕੀ ਕਰ ਬੈਠੇ। ਜੇ ਇਹਦੇ 'ਤੇ ਧਰਮ ਦਾ ਜਨੂੰਨ ਸਵਾਰ ਹੋ ਗਿਆ ਤਾਂ ਖੈਰ ਨਹੀਂ। ਇਸ ਸਮੇਂ ਤਾਂ ਧਰਮ ਹੀ ਸਭ ਤੋਂ ਖਤਰਨਾਕ ਸਾਬਤ ਹੋ ਰਿਹਾ। ਧਰਮ ਦੇ ਨਾਂ 'ਤੇ ਕੀ ਦਾ ਕੀ ਨਹੀਂ ਹੁੰਦਾ। ਫਿਰ ਇੱਕ ਮੁਸਲਮਾਨ, ਉਹ ਵੀ ਆਪਣੇ ਦੇਸ਼ ਵਿੱਚ, ਜਿਸ ਦੇ 18 ਜੀਆਂ ਦਾ ਕਤਲ ਹੋਇਆ ਹੋਵੇ। ਮੈਂ ਉੱਥੋਂ ਦੌੜ ਹੀ ਜਾਣਾ ਚਾਹੁੰਦਾ ਸੀ, ਪਰ ਉਹਨੇ ਮੇਰੀ ਬਾਂਹ ਫੜੀ ਹੀ ਰੱਖੀ। ਬੋਲਿਆ, ਅੱਜ ਬੜੇ ਚਿਰਾਂ ਬਾਅਦ ਮਨ ਦੀ ਤਮੰਨਾ ਪੂਰੀ ਹੋਈ ਹੈ। ਮੈਂ ਕਈ ਵਾਰ ਸਟੇਸ਼ਨ 'ਤੇ ਗਿਆ। ਉੱਥੇ ਹਿੰਦੁਸਤਾਨੋਂ ਆਏ ਲੋਕਾਂ ਨੂੰ ਦੂਰੋਂ ਹੀ ਦੇਖਿਆ। ਸਿੱਖ ਹੀ ਦਿਸੇ। ਕਿਸੇ ਹਿੰਦੂ ਨੂੰ ਮਿਲਣਾ ਚਾਹੁੰਦਾ ਸੀ। ਕੀ ਤੂੰ ਹਿੰਦੂ ਹੈ? ਮੈਂ ਪਹਿਲਾਂ ਇਨਸਾਨ ਹਾਂ, ਬਾਕੀ ਬਾਅਦ ਦੀਆਂ ਗੱਲਾਂ ਨੇ। ਮੈਂ ਮਹਿਸੂਸ ਕੀਤਾ ਕਿ ਮੇਰੀ ਆਵਾਜ਼ ਕੰਬ ਰਹੀ ਸੀ। ਇਹ ਕੀਤੀ ਨਾ ਲੱਖਾਂ ਦੀ ਗੱਲ, ਫਿਰ ਤੂੰ ਕਾਮਰੇਡ ਹੈ। ਮੈਨੂੰ ਆਪਣਾ ਛੋਟਾ ਭਰਾ ਸਮਝ ਲਓ। ਅਚਨਚੇਤ ਮੇਰੇ ਮੂੰਹੋਂ ਨਿਕਲ ਗਿਆ, ਲੈ ਮੈਂ ਤੇਰਾ ਨਾਂ ਤਾਂ ਪੁੱਛਿਆ ਹੀ ਨਹੀਂ। ਕੀ ਨਾਂ ਹੈ ਤੇਰਾ? ਘਰਦਿਆਂ ਰਾਜਿੰਦਰ ਗੌਤਮ ਰੱਖਿਆ। ਬਸ ਇੱਕ ਗੱਲ ਤੇਰੇ ਨਾਲ ਹੋਰ ਕਰਨੀ ਹੈ ਗੌਤਮ, ਮੈਥੋਂ ਡਰ ਨਾ। ਮੈਂ ਤੇਰੇ ਕੋਈ ਗੋਲੀ ਨਹੀਂ ਮਾਰਨ ਲੱਗਾ। ਮੈਂ 80 ਦਾ ਤੇਰਾ ਕੀ ਵਿਗਾੜ ਸਕਣਾ। ਮੈਨੂੰ ਕੁਝ ਕੁ ਹੌਸਲਾ ਹੋਇਆ। ਉਹ ਮੈਥੋਂ 25 ਸਾਲ ਵੱਡਾ ਸੀ। ਛੋਟੇ ਭਰਾ, ਮੇਰਾ ਦੁੱਖ ਕੋਈ ਨਹੀਂ ਜਾਣ ਸਕਦਾ। ਘਰ ਵਿੱਚ ਅੱਲਾ ਦੀ ਪੂਰੀ ਮਿਹਰ ਹੈ। 3 ਪੁੱਤ ਨੇ, ਲੱਖਾਂ ਕਰੋੜਾਂ ਵਿੱਚ ਖੇਡਦੇ ਨੇ। 2 ਧੀਆਂ ਨੇ, ਆਪੋ ਆਪਣੇ ਘਰੇ ਰਾਜ਼ੀ ਬਾਜ਼ੀ ਨੇ। ਵੱਡੇ ਦੀ ਤਾਂ
ਨਕੋਦਰ ਵਰਗੀ ਹਵੇਲੀ, ਛੋਟੇ ਵੀ ਘੱਟ ਨਹੀਂ। ਮੈਨੂੰ ਉਦਾਸ ਬੈਠੇ ਨੂੰ ਵੇਖ ਕੇ ਪੁੱਛਦੇ ਨੇ, ਅੱਬਾ ਤੈਨੂੰ ਕੀ ਦੁੱਖ ਹੈ? ਆਪਣਾ ਦੁੱਖ ਕਿਹਨੂੰ ਦੱਸਾਂ? ਕਈ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਨੂੰ ਦੱਸੀਆਂ ਹੀ ਨਹੀਂ ਜਾ ਸਕਦੀਆਂ। ਹਜ਼ਾਰਾਂ ਰਾਜ਼ ਉਸ ਦੀ ਮੌਤ ਨਾਲ ਹੀ ਦਫਨ ਹੋ ਜਾਂਦੇ ਨੇ। ਕਿਹਨੂੰ ਦੱਸੇ? ਇਸ ਸੋਚ 'ਚੋਂ ਹੀ ਬਾਹਰ ਨਹੀਂ ਨਿਕਲਦਾ। ਦੱਸ, ਹੈ ਨਿਕਲਦਾ? 10 ਸਾਲਾਂ ਬਾਅਦ ਤੈਨੂੰ ਜ਼ਿੰਦਗੀ ਦੀ ਸਮਝ ਲੱਗੇਗੀ। ਮੈਂ ਅਜੇ ਤੈਨੂੰ ਬਾਲ ਹੀ ਸਮਝਦਾ। ਇੱਕ ਗੱਲ ਹੋਰ ਹੈ, ਦੁੱਖ ਦਾ ਪੈਸੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਤਾਂ ਮਨ ਦੀ ਮੌਜ ਹੈ, ਅਤੇ ਮਨ ਕਿਸ ਚੀਜ਼ ਨੂੰ ਚਾਹਣ ਲੱਗ ਜਾਵੇ ਜਾਂ ਕਿਹੜੇ ਵੇਲੇ ਉਹਨੂੰ ਕੌਣ ਯਾਦ ਆ ਜਾਵੇ, ਇਹਦਾ ਕੋਈ ਪਤਾ ਨਹੀਂ ਹੁੰਦਾ। ਠੀਕ ਹੈ ਨਾ ਜੀ? ਸਾਈਕਾਲੋਜਿਸਟ ਵੀ ਇਹੀ ਕਹਿੰਦੇ। ਕੌਣ ਕੀ ਕਹਿੰਦੇ? ਸ਼ਾਇਦ ਉਹਨੂੰ ਸਾਈਕਾਲੋਜਿਸਟ ਸ਼ਬਦ ਦੀ ਸਮਝ ਨਹੀਂ ਆਈ ਸੀ। ਮਨ ਦੀਆਂ ਰਮਜ਼ਾਂ ਸਮਝਣ ਵਾਲੇ ਵੀ ਇਹੀ ਕੁਝ ਕਹਿੰਦੇ। ਇਹ ਤਾਂ ਮੈਨੂੰ ਪਤਾ ਨਹੀਂ। ਪਿਛਲੇ 20 ਸਾਲਾਂ ਤੋਂ ਕਮਲੇਸ਼ ਮੈਨੂੰ ਬਹੁਤ ਯਾਦ ਆਉਂਦੀ ਹੈ। ਤੂੰ ਪੁੱਛੇਂਗਾ, ਇਹ ਕਮਲੇਸ਼ੋ ਕੌਣ ਆ? ਪਹਿਲਾਂ ਇਹ ਦੱਸ, ਚਾਹ ਦਾ ਇੱਕ ਇੱਕ ਪਿਆਲਾ ਹੋਰ ਹੋ ਜਾਏ। ਮੈਂ ਨਾਂ ਵਿੱਚ ਸਿਰ ਹਿਲਾਇਆ। ਮੇਰੇ ਮਨ ਵਿੱਚ ਤੇਜ਼ੀ ਨਾਲ ਇਹ ਸਵਾਲ ਪੈਦਾ ਹੋਇਆ ਸੀ ਕਿ ਉਹਨੂੰ ਪੁੱਛਾਂ ਕਿ ਕੀ ਕਮਲੇਸ਼ੋ ਵੀ ਉਹਨਾਂ 18 ਜੀਆਂ ਵਿੱਚ ਸ਼ਾਮਲ ਸੀ, ਪਰ ਮੈਥੋਂ ਪੁੱਛਿਆ ਨਾ ਗਿਆ। ਮੈਨੂੰ ਲੱਗਿਆ ਸੀ ਕਿ ਇਹ ਗੱਲ ਵੀ ਉਹ ਆਪ ਹੀ ਦੱਸ ਦੇਵੇਗਾ। ਲਲਾਰੀਆਂ ਦੀ ਦੁਕਾਨ ਦੀ ਪਛਾੜੀ ਇੱਕ ਮੰਦਰ ਹੁੰਦਾ ਸੀ, ਅੱਜ ਕੱਲ੍ਹ ਵੀ ਹੋਣਾ। ਹਾਂਜੀ ਹੈ। ਉਸੇ ਮੰਦਰ ਵਿੱਚ ਮੰਗਲਵਾਰ ਉਹ ਮੱਥਾ ਟੇਕਣ ਆਉਂਦੀ ਸੀ। ਮੈਂ ਪਛਾੜੀ ਪੈਂਦੇ ਕੋਠੇ 'ਤੇ ਚੜ੍ਹ ਕੇ ਰੋਸ਼ਨਦਾਨ ਥਣੀ ਉਹਨੂੰ ਦੇਖਦਾ। ਮੱਥਾ ਟੇਕ ਕੇ ਉਹ ਟੱਲ ਵਜਾਉਣ ਲਈ ਪਿਛਲ ਖੁਰੀ ਮੁੜਦੀ। ਟੱਲ ਉੱਚਾ ਸੀ ਅਤੇ ਉਹਦਾ ਕੱਦ ਛੋਟਾ। ਜਦੋਂ ਟੱਲ ਨੂੰ ਵਜਾਉਣ ਲਈ ਛਾਲ ਮਾਰਦੀ ਤਾਂ ਉਹਦੇ ਪੈਰਾਂ ਦੀਆਂ ਝਾਂਜਰਾਂ ਦੀ ਬੋਰ ਛਣਕਦੇ। ਉਹ ਸਾਰਾ ਜ਼ੋਰ ਲਾ ਕੇ ਉਛਲਦੀ। ਉਹਦਾ ਪਤਲਾ ਲੱਕ ਮਰੋੜਾ ਜਿਹਾ ਖਾਂਦਾ ਮੇਰੀ ਜਾਨ ਨੂੰ ਬਣ ਜਾਂਦੀ। ਮੇਰਾ ਉਤਲਾ ਸਾਹ ਉੱਤੇ ਅਤੇ ਹੇਠਲਾ ਸਾਹ ਹੇਠਾਂ ਰਹਿ ਜਾਂਦਾ। ਇਹੋ ਹੀ ਕੁਝ ਤਾਂ ਮੈਂ ਦੇਖਣ ਆਉਂਦਾ ਸੀ। ਇਹੋ ਹੀ ਉਹਦੇ ਲੱਕ ਦਾ ਹੁਲਾਰਾ। ਮਿਸ਼ਰਾਂ ਦੇ ਘਰਾਂ ਦੇ ਮੋੜ ਕੋਲ ਉਹ ਮੈਨੂੰ ਬਦਾਨੇ ਦਾ ਪ੍ਰਸ਼ਾਦ ਦਿੰਦੀ। ਫਿਰ ਉਹਨੂੰ ਕਿਸੇ ਮਾਰ ਸੁੱਟਿਆ। ਮੈਂ ਪਿਛਲੇ 20 ਸਾਲਾਂ ਤੋਂ ਸੌਣ ਲੱਗਿਆ ਉਹਨੂੰ ਯਾਦ ਕਰਦਾ ਬਈ ਉਹ ਮੇਰੇ ਸੁਪਨੇ 'ਚ ਆਏ, ਉਸੇ ਰੂਪ ਵਿੱਚ ਜਿਹਨੂੰ ਮੈਂ ਮੰਦਰ 'ਚ ਦੇਖਦਾ ਹੁੰਦਾ ਸਾਂ। ਪਰ ਉਹ ਇੱਕ ਵਾਰੀ ਵੀ ਮੇਰੇ ਸੁਪਨੇ ਵਿੱਚ ਨਹੀਂ ਆਈ। ਉਹ ਕਿਉਂ ਨਹੀਂ ਆਉਂਦੀ? ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਹ ਤੇਜ਼ੀ ਨਾਲ ਤੁਰ ਪਿਆ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਮੇਨ ਰੋਡ ਵਾਲਾ ਮੋੜ ਕਦੋਂ ਮੁੜ ਗਿਆ ਸੀ। ਮੈਂ ਹੋਟਲ ਵੱਲ ਜਾਂਦਾ ਹੋਇਆ ਸੋਚ ਰਿਹਾ ਸੀ ਕਿ ਜਿਹੜੀਆਂ ਆਵਾਜ਼ਾਂ ਮੇਰੇ ਮਾਂ ਪਿਓ ਨੂੰ ਉਸ ਹਵੇਲੀ 'ਚ ਸਿਖਰ ਦੁਪਹਿਰੇ ਸੁਣੀਆਂ ਸਨ, ਕੀ ਉਹ ਆਵਾਜ਼ਾਂ ਕਮਲੇਸ਼ੋ ਦੀਆਂ ਤਾਂ ਨਹੀਂ ਸਨ? ਕੀ ਉਹ ਆਵਾਜ਼ਾਂ ਕਮਲੇਸ਼ੋ ਦੀਆਂ ਤਾਂ ਨਹੀਂ ਸਨ? ਅਤੇ ਲਓ ਬੇਲੀਓ, ਇਹ ਸੀ ਵੰਡ ਦੀ ਕਿਸ਼ਤ ਨੰਬਰ 114 ਅਤੇ ਕਹਾਣੀ ਨੰਬਰ 73 ਦਾ ਦੂਜਾ ਹਿੱਸਾ। ਕਿਸ਼ਤ ਨੰਬਰ